ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਤੋਂ ਬਾਅਦ ਇੱਕ ਐਸੇ ਮਹਾਨ ਯੋਧੇ ਨੇ ਜਿਨ੍ਹਾਂ ਦਾ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਕਹਿ ਸਕਦੇ ਹਾਂ, ਬੜੀ ਹੀ ਸਬਰ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਐਸੇ ਮਹਾਨ ਕਰਨੀ ਕਮਾਈ ਦੇ ਸੂਰੇ ਬਹਾਦਰ ਯੋਧੇ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਨੰਨ ਸੇਵਕ ਔਰ ਉਹਨਾਂ ਦੇ ਮਾਤਾ ਪਿਤਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਮਹਾਨ ਸੇਵਾ ਕਰਦੇ ਨੇ, ਖੁਸ਼ੀਆਂ ਉਹਨਾਂ ਦੀ ਮਾਣਦੇ ਨੇ। ਵਡੇਰੀ ਉਮਰ ਹੋਣ ਕਰਕੇ ਜਿਸ ਵੇਲੇ ਉਹਨਾਂ ਨੇ ਬਾਲ ਦੀ ਇੱਛਾ ਜ਼ਾਹਰ ਕੀਤੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਮਾਤਾ ਪਿਤਾ ਦੀ ਕਰਨੀ ਕਮਾਈ ਨੂੰ ਮੁੱਖ ਰੱਖਦੇ ਹੋਏ ਵਰ ਦਿੱਤੇ ਵੀ ਤੁਹਾਡੇ ਘਰ ਐਸੇ ਮਹਾਨ ਯੋਧੇ ਸੂਰਮੇ ਪੈਦਾ ਹੋਣਗੇ ਜੋ ਸੰਸਾਰ ਭਰ ਦੇ ਵਿੱਚ ਇੱਕ ਅਨੋਖੀ ਮਿਸਾਲ ਕਾਇਮ ਕਰਨਗੇ। ਸੋ ਛੋਟੀ ਉਮਰ ਦੇ ਵਿੱਚ ਪਹੂਵੰਡ ਦੇ ਵਿੱਚ ਜਨਮ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਮਾਤਾ ਪਿਤਾ ਅਨੰਦਪੁਰ ਸਾਹਿਬ ਲੈ ਕੇ ਆਏ ਔਰ ਉਹਨਾਂ ਨੂੰ ਉੱਥੇ ਅੰਮ੍ਰਿਤ ਛਕਾ ਕਰਕੇ ਨਾਮ ਦੀਪ ਸਿੰਘ ਰੱਖਿਆ, ਦੀਪੇ ਤੋਂ। ਔਰ ਜਿਹੜੀ ਮੁੱਢਲੀ ਜਿਹੜੀ ਉਹਨਾਂ ਦੀ ਵਿੱਦਿਆ ਸੀਗੀ ਉਹ ਧੰਨ ਧੰਨ ਭਾਈ ਮਨੀ ਸਿੰਘ ਜੀ ਤੋਂ ਪ੍ਰਾਪਤ ਹੋਈ। ਅਤੇ ਇਤਿਹਾਸ ਦੇ ਵਿੱਚ ਆਉਂਦਾ ਵੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਐਸੇ ਜਿਹੜੇ ਆਤਮਾ ਸਨ, ਉਹਨਾਂ ਨੂੰ ਆਪਣੇ ਵੱਖਰੇ ਟਾਈਮ ਦੇ ਵਿੱਚ ਵੀ ਉਸ ਵੇਲੇ ਦੀ ਜਿਹੜੀ ਵਿੱਦਿਆ ਸੀਗੀ ਉਹ ਪੜ੍ਹਾਈ ਜਾਂਦੀ ਸੀ। ਅਰਬੀ, ਫਾਰਸੀ ਜੋ ਵੀ ਵਿੱਦਿਆ ਸੀ ਉਹਨਾਂ ਨੇ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਰਹਿ ਕਰਕੇ ਵਿੱਦਿਆ ਪੜ੍ਹੀ ਅਤੇ ਜੋ ਸ਼ਸਤਰ ਵਿੱਦਿਆ ਸੀਗੀ ਉਹ ਵੀ ਉਹਨਾਂ ਦੇ ਉੱਥੇ ਉਸ ਨੂੰ ਸਿੱਖਿਆ ਨਿਪੁੰਨਤਾ ਹੋਈ। ਸੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਉਹਨਾਂ ਨੇ ਮਹਾਨ ਖੁਸ਼ੀਆਂ ਪ੍ਰਾਪਤ ਕੀਤੀਆਂ। ਸਤਿਗੁਰੂ ਜੀ ਨੇ ਆਪਣਾ ਆਉਣ ਵਾਲਾ ਸਮਾਂ ਭਵਿੱਖ ਜਾਣ ਕਰਕੇ ਆਪ ਉਹਨਾਂ ਨੂੰ ਆਗਿਆ ਕਰਕੇ ਮਾਲਵੇ ਦੀ ਧਰਤੀ ਜੋ ਇਸ ਵੇਲੇ ਸਿੱਖਾਂ ਦਾ ਜੋ ਪੰਜਵਾਂ ਤਖਤ ਹੈ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਜਿਹਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ, ਉੱਥੇ ਭੇਜਿਆ। ਔਰ ਉਸ ਥਾਂ 'ਤੇ ਰਹਿ ਕਰਕੇ ਜਿਸ ਵੇਲੇ ਗੁਰੂ ਸਾਹਿਬ ਆਪਣੇ ਸਾਰੇ ਜੰਗਾਂ ਯੁੱਧਾਂ ਤੋਂ ਹੁੰਦਿਆਂ ਹੋਇਆਂ, ਖਿਦਰਾਣੇ ਦੀ ਢਾਬ ਤੋਂ ਹੁੰਦਿਆਂ ਹੋਇਆਂ ਉਸ ਸਥਾਨ 'ਤੇ ਜਿਸ ਵੇਲੇ ਪਹੁੰਚੇ ਤੇ ਉਸ ਵੇਲੇ ਸਿੱਖਾਂ ਨੇ ਯਾਦ ਕਰਾਇਆ, ਮਹਾਰਾਜ ਜੀ ਆਪ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਚਨ ਕੀਤਾ ਸੀਗਾ ਵੀ ਸਾਡੇ ਕੋਲੇ ਜਿਸ ਵੇਲੇ ਧੀਰ ਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਨਾਂ ਦਿੱਤਾ ਔਰ ਜਿਸ ਵੇਲੇ ਸੁੱਧ ਜਿਹੜੀ ਗੁਰਬਾਣੀ ਉਚਾਰਨ ਦਾ ਜਿਹੜਾ ਸੀਗਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਤਾਂ ਬੇਨਤੀ ਪ੍ਰਵਾਨ ਕਰਕੇ ਉਹਨਾਂ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ। ਔਰ ਉਸ ਵੇਲੇ ਜਿਹੜੇ 9 ਮਹੀਨੇ 9 ਘੜੀਆਂ 9 ਦਿਨ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ। ਸੋ ਉਸ ਮਹਾਨ ਸੇਵਾ ਦੇ ਵਿੱਚ ਜਿੱਥੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ, ਉੱਥੇ ਬਾਬਾ ਦੀਪ ਸਿੰਘ ਜੀ ਸਾਰਾ ਜਿਹੜਾ ਸਨ ਸਿਆਹੀ ਕਲਮਾਂ ਦੀ ਸੇਵਾ ਹੋਰ ਉਹਦੇ ਬਹੁਤ ਹੀ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੋ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁੜ ਤੋਂ ਸੰਪਾਦਨਾ ਕੀਤੀ। 48 ਸਿੰਘਾਂ ਨੇ ਸਵੇਰ ਦੇ ਟਾਈਮ ਦੇ ਵਿੱਚ ਗੁਰੂ ਸਾਹਿਬ ਬਾਣੀ ਉਚਾਰਨ ਕਰਦੇ ਸਨ ਤੇ ਸ਼ਾਮ ਦੇ ਟਾਈਮ ਦੇ ਵਿੱਚ ਅਰਥ ਪੜ੍ਹਾਇਆ ਕਰਦੇ ਸਨ। ਸੋ ਐਸੀ ਉਹਨਾਂ ਨੂੰ ਜਿਹੜੀ ਸੀ ਸੇਵਾ ਦੀ ਮਹਾਨ ਬਖਸ਼ਿਸ਼ ਹੋਈ। ਉਸ ਤੋਂ ਬਾਅਦ ਫਿਰ ਉਸੇ ਧਰਤੀ 'ਤੇ ਰਹਿ ਕਰਕੇ ਜਿਸ ਵੇਲੇ ਦੱਖਣ ਦੇ ਵਿੱਚ ਗੁਰੂ ਸਾਹਿਬ ਗਏ ਤਾਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਜਦੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਹਜ਼ੂਰ ਸਾਹਿਬ ਵਿਖੇ ਦਿੱਤੀ, ਉਸ ਵੇਲੇ ਜਿਹੜੇ 5 ਸਿੰਘਾਂ ਨੂੰ ਮਹਾਰਾਜ ਦੀ ਤਾਬਿਆ ਦੇ ਵਿੱਚ ਜਿਹੜਾ ਖੜਾ ਕੀਤਾ ਸੀ, ਉਸ ਵੇਲੇ ਵੀ ਉਹਨਾਂ ਦੇ 5 ਦੇ ਵਿੱਚ ਵੀ ਬਾਬਾ ਦੀਪ ਸਿੰਘ ਜੀ ਨੂੰ ਉਹ ਅਸਥਾਨ 5 ਪਿਆਰਿਆਂ ਦੇ ਵਿੱਚ ਵੀ ਮਿਲਿਆ। ਔਰ ਉਸ ਤੋਂ ਬਾਅਦ ਆ ਕਰਕੇ ਗੁਰੂ ਸਾਹਿਬ ਦੀ ਆਗਿਆ ਦੇ ਨਾਲ ਫਿਰ ਮਾਲਵੇ ਦੀ ਧਰਤੀ ਦੇ ਵਿੱਚ ਆਏ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਸ ਵੇਲੇ ਤੋਰਿਆ ਤੇ ਸਭ ਤੋਂ ਪਹਿਲਾਂ ਜਿਹੜਾ ਸੀ ਜਥਾ ਉਹ ਬਾਬਾ ਦੀਪ ਸਿੰਘ ਜੀ ਦਾ ਅੱਗੋਂ ਆਣ ਕਰਕੇ ਮਿਲਿਆ। ਜਿਸ ਵੇਲੇ ਸਰਹੰਦ ਫਤਿਹ ਕੀਤੀ ਜਾਂ ਉਸ ਵੇਲੇ ਸੀ ਬਾਬਾ ਦੀਪ ਸਿੰਘ ਦੇ ਜਥੇ ਦਾ ਬਹੁਤ ਵੱਡਾ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਰੋਲ ਸੀ। ਔਰ ਫਿਰ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਰਹਿ ਕਰਕੇ ਔਰ ਹਾਲੀ ਵੀ ਉਸ ਸਥਾਨ 'ਤੇ ਜਾਓਗੇ ਤੁਹਾਨੂੰ ਮਿਲਦਾ ਵੀ ਉਸੇ ਜਿਹੜੀ ਉਹ ਕੱਚਾ ਘੜਾ ਅਤੇ ਛੋਲਿਆਂ ਦੀ ਜਿਹੜੀ ਮੁੱਠ ਸੀ ਉਹਨੂੰ ਖਾ ਕਰਕੇ 4 ਮਹਾਰਾਜ ਦੇ ਸਰੂਪ ਸਨ, ਉਹਨਾਂ ਨੇ ਆਪਣੇ ਹੱਥੀਂ ਲਿਖੇ ਜੋ ਸਾਰੇ ਤਖਤਾਂ ਦੇ ਉੱਤੇ ਭੇਜੇ। ਔਰ ਉੱਥੋਂ ਹੀ ਫਿਰ ਜਦੋਂ ਗੁਰੂ ਸਾਹਿਬ ਜਾਣ ਲੱਗੇ ਤਾਂ ਉਸ ਵੇਲੇ ਜਿਹੜੇ ਮਹਾਰਾਜ ਨੇ ਬਚਨ ਕੀਤੇ ਸਨ ਵੀ ਇਹ ਜਿਹੜਾ ਵਿੱਦਿਆ ਦਾ ਜਿਹੜਾ ਹੈਗਾ ਇਹ ਤੁਹਾਨੂੰ ਅਸੀਂ ਜ਼ਿੰਮੇਵਾਰੀ ਦਿੰਦੇ ਹਾਂ। ਸੋ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਸਾਹਿਬ ਭੇਜਿਆ, ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਰਹਿ ਕਰਕੇ ਉਹਨਾਂ ਨੂੰ ਵਿੱਦਿਆ ਪੜ੍ਹਾਉਣ ਦਾ ਜਿਹੜਾ ਸੀ ਸੇਵਾ ਦਿੱਤੀ। ਜਿੱਥੋਂ ਇਹ ਜਿਹੜੀ ਦਮਦਮੀ ਟਕਸਾਲ ਆ ਉੱਥੋਂ ਇਹ ਆਰੰਭ ਹੁੰਦੀ ਆ ਔਰ ਉਹ ਸੀਨੇ ਬਸੀਨੇ ਜਿਹੜੀ ਹੁਣ ਵੀ ਚੱਲੀ ਆ ਰਹੀ ਆ। ਸੋ ਉਸ ਵੇਲੇ ਵਿੱਦਿਆ ਪੜ੍ਹਾ ਰਹੇ ਸਨ
ਔਰ ਜੰਗਾਂ ਯੁੱਧਾਂ ਦੇ ਵਿੱਚ ਵੀ ਅੱਗੇ ਹੋ ਕਰਕੇ ਲੜ ਰਹੇ ਸਨ। ਇਹ ਜਿਹੜੀਆਂ ਦੋਵੇਂ ਚੀਜ਼ਾਂ ਸਨ, ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਹਿੱਸੇ ਆਈਆਂ, ਹੋਰ ਕਿਸੇ ਦੇ ਵਿੱਚ ਹਿੱਸੇ ਨਹੀਂ ਆਈਆਂ। ਸੂਰਮੇ ਬਹਾਦਰ ਹੋਏ ਨੇ, ਪਰ ਉਹ ਵਿੱਦਿਆ ਨਹੀਂ ਸੀ, ਪਰ ਇਹਨਾਂ ਕੋਲੇ ਬ੍ਰਹਮ ਗਿਆਨੀ ਵੀ ਸੀ, ਵਿੱਦਿਆ ਮਾਰਤੰਡ ਵੀ ਸਨ ਤੇ ਸੂਰਮੇ ਬਹਾਦਰ ਯੋਧੇ ਵੀ ਸਨ। ਔਰ ਜਿਸ ਵੇਲੇ ਸਮਾਂ ਆਇਆ, ਗੁਰੂ ਗੋਬਿੰਦ ਸਿੰਘ ਦੇ ਜਿਹੜੇ ਬਚਨ ਸਨ ਵੀ ਤੁਹਾਡਾ ਜਿਹੜਾ ਸਿਰ ਸੀਸ ਧੜ ਨਾਲੋਂ ਅਗਰ ਵੱਖਰਾ ਵੀ ਹੋ ਜਾਵੇਗਾ ਤੇ ਤੁਹਾਡੇ ਆਨੰਦ ਦੇ ਵਿੱਚ ਫਰਕ ਨਹੀਂ ਪਵੇਗਾ। ਉਹ ਜਿਹੜੇ ਬਚਨ ਸਨ ਗੁਰੂ ਸਾਹਿਬ ਜੀ ਦੇ, ਜਿਸ ਵੇਲੇ ਅਬਦਾਲੀ ਨੇ ਇੱਥੇ ਆ ਕਰਕੇ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕੀਤੀ, ਢਾਉਣਾ ਸ਼ੁਰੂ ਕਰ ਦਿੱਤਾ, ਸਿੱਖਾਂ ਨੇ ਜਾ ਕਰਕੇ ਦੱਸਿਆ ਤੇ ਬਾਬਾ ਦੀਪ ਸਿੰਘ ਜੀ ਜਿਹੜੇ ਸਨ ਵਡੇਰੀ ਉਮਰ ਦੇ ਵਿੱਚ ਹੋਣ ਕਰਕੇ ਵੀ ਉਹਨਾਂ ਨੇ ਆਪਣਾ ਕਮਰ ਕੱਸਾ ਲਾਇਆ, ਅਰਦਾਸਾ ਸੋਧਿਆ ਵੀ ਜਿੰਨਾ ਚਿਰ ਤੱਕ ਅਸੀਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰ ਲੈਂਦੇ, ਪਵਿੱਤਰਤਾ ਕਾਇਮ ਨਹੀਂ ਕਰ ਲੈਂਦੇ, ਉਹਨਾਂ ਚਿਰ ਤੱਕ ਅਸੀਂ ਆਪਣਾ ਸਰੀਰ ਨਹੀਂ ਤਿਆਗਾਂਗੇ। ਸੋ ਇੱਥੇ ਆ ਕਰਕੇ ਗੋਲਵੜ ਦੀ ਜਿਹੜੀ ਧਰਤੀ ਤੇ ਆ ਕਰਕੇ ਉਹਨਾਂ ਨੇ ਫਿਰ ਲਕੀਰ ਖਿੱਚੀ ਵੀ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਣਾ ਉਹ ਅੱਗੇ ਆ ਜਾਓ, ਜਿਨ੍ਹਾਂ ਨੇ ਘਰਾਂ ਨੂੰ ਜਾਣਾ ਉਹ ਘਰਾਂ ਨੂੰ ਜਾ ਸਕਦੇ ਹੋ। ਐਸਾ ਸਿੱਖ ਨਹੀਂ ਸੀ ਜਿਹੜਾ ਕੋਈ ਘਰਾਂ ਨੂੰ ਵਾਪਸ ਗਿਆ। ਸੋ ਉਹਨਾਂ ਦੇ ਨਾਲ ਜਿਹੜੇ ਬਹੁਤ ਵੱਡੇ ਮਹਾਨ ਯੋਧੇ ਸਨ, ਸੋ ਧੰਨ ਧੰਨ ਬਾਬਾ ਨੌਧ ਸਿੰਘ ਜੀ, ਧੰਨ ਧੰਨ ਬਾਬਾ ਬਲਵੰਤ ਸਿੰਘ ਜੀ, ਇਸ ਤਰ੍ਹਾਂ ਦੇ ਜਿਹੜੇ ਮਹਾਨ ਸਿੱਖ ਸਨ, ਜਿਹੜੇ ਮੀਤ ਜਥੇਦਾਰ ਸਨ, ਉਹ ਵੀ ਉਹਨਾਂ ਦੇ ਨਾਲ ਸਨ। ਸੋ ਇੱਥੇ ਆ ਕਰਕੇ ਫਿਰ ਜੋ ਜਿੱਥੇ ਬਾਬਾ ਜੀ ਦਾ ਟਾਹਲਾ ਸਾਹਿਬ ਵਾਲਾ ਸਥਾਨ ਜਿੱਥੇ ਬਣਿਆ ਹੋਇਆ ਚੱਬੇ ਦੀ ਧਰਤੀ ਦੇ ਉੱਤੇ, ਇੱਥੇ ਬਹੁਤ ਵੱਡਾ ਜਦੋਂ ਜੰਗ ਹੋਇਆ ਔਰ ਉਸ ਵੇਲੇ ਜਿਹੜਾ ਜੰਗ ਦੇ ਵਿੱਚ ਜਿੱਥੇ ਸਾਰਿਆਂ ਬਹਾਦਰ ਯੋਧਿਆਂ ਨੇ ਆਪਣੇ ਜੌਹਰ ਵਿਖਾਏ, ਉੱਥੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਆਮੋ ਸਾਹਮਣਾ ਜਿਹੜਾ ਜਹਾਨ ਖਾਨ ਦੇ ਨਾਲ ਵਾਰ ਹੋਇਆ, ਉੱਥੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸੀਸ ਸੀਗਾ ਉਹ ਧੜ ਨਾਲੋਂ ਵੱਖਰਾ ਹੋ ਗਿਆ। ਅਤੇ ਜਿਸ ਵੇਲੇ ਉਸ ਵੇਲੇ ਸਿੱਖਾਂ ਨੇ ਯਾਦ ਕਰਾਇਆ ਵੀ ਬਾਬਾ ਜੀ ਤੁਸੀਂ ਅਰਦਾਸਾ ਸੋਧਿਆ ਸੀ, ਬਾਬਾ ਦੀਪ ਸਿੰਘ ਨੇ ਫਿਰ ਆਪਣਾ ਜਿਹੜਾ ਸੀਸ ਸੀਗਾ ਉਹ ਆਪਣੇ ਹਥੇਲੀ ਦੇ ਉੱਤੇ ਰੱਖ ਕਰਕੇ ਔਰ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਇਆਂ ਇਸ ਧਰਤੀ ਤੇ ਆ ਕਰਕੇ ਆਪਣਾ ਸੀਸ ਭੇਟ ਕੀਤਾ। ਔਰ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀਆਂ ਮਹਾਨ ਬਹੁਤ ਵੱਡੀਆਂ ਜਿਹੜੀਆਂ ਕੁਰਬਾਨੀਆਂ ਨੇ। ਸੋ ਅਨੰਦਪੁਰ ਸਾਹਿਬ ਦੀ ਜੇ ਗੱਲ ਕਰੀਏ ਤਾਂ ਦਮਦਮਾ ਸਾਹਿਬ ਦਾ ਜਿੱਥੋਂ ਜਾ ਕਰਕੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਦੁਬਾਰਾ ਸੰਪਾਦਨਾ ਕਰਾਈ, ਉਹ ਜਿਹੜੀ ਇੱਕ ਸਾਖੀ ਆ ਵੀ ਉੱਥੇ ਇੱਕ ਸਿੱਖ ਦੱਖਣੀ ਓਂਕਾਰ ਦਾ ਪਾਠ ਕਰ ਰਿਹਾ ਸੀ ਤੇ ਉਸ ਵੇਲੇ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ, ਤੇ ਉਹ ਜਿਹੜਾ ਸਿੱਖ ਸੀਗਾ ਉਹ ਪਾਠ ਕਹਿ ਦੀ ਜਗ੍ਹਾ ਕੇ ਪਾਠ ਕਰ ਰਿਹਾ ਸੀ ਤੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਭੇਜਿਆ ਵੀ ਜਾਓ ਜਾ ਕਰਕੇ ਰੋਕੋ, ਪਰ ਉਹ ਨਾ ਰੁਕਿਆ ਤੇ ਗੁਰੂ ਸਾਹਿਬ ਨੇ ਉਹਨੂੰ ਤਾੜਨਾ ਕੀਤੀ ਸੀ। ਤੇ ਫਿਰ ਆਣ ਕਰਕੇ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਸਾਨੂੰ ਇਸ ਗੱਲ ਦਾ ਗਿਆਨ ਨਹੀਂ ਹੈ, ਮਹਾਰਾਜ ਸਾਨੂੰ ਬਖਸ਼ੋ ਸਹੀ ਸੁੱਧ ਬਾਣੀ ਪੜ੍ਹ ਸਕੀਏ। ਤੇ ਉਸ ਵੇਲੇ ਮਹਾਰਾਜ ਨੇ ਬਚਨ ਕੀਤੇ ਸਨ ਵੀ ਅਸੀਂ ਜਦੋਂ ਜੰਗਾਂ ਯੁੱਧਾਂ ਤੋਂ ਅਸੀਂ ਵਿਹਲੇ ਹੋਵਾਂਗੇ ਫਿਰ ਅਸੀਂ ਤੁਹਾਡੇ ਨਾਲ ਅਸੀਂ ਬਚਨ ਕਰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਸੁੱਧ ਬਾਣੀ ਜਿਹੜੀ ਹੈਗੀ ਆ ਉਹ ਪੜ੍ਹਾਵਾਂਗੇ। ਸੋ ਉਹ ਜਿਹੜੇ ਬਚਨ ਸਨ ਉਹ ਜਾ ਕਰਕੇ ਦਮਦਮਾ ਸਾਹਿਬ ਜਾ ਕਰਕੇ ਉਹਨਾਂ ਨੇ ਪੂਰੇ ਕੀਤੇ, 48 ਸਿੰਘਾਂ ਨੂੰ ਅਰਥ ਪੜ੍ਹਾਏ ਔਰ ਉਸ ਵੇਲੇ ਜਿਹੜਾ ਸਨ ਬਾਬਾ ਜੀ ਨੂੰ ਹੁਕਮ ਕੀਤਾ ਸੀ ਵੀ ਇਹ ਜਿਹੜੀ ਵਿੱਦਿਆ ਦਾ ਪ੍ਰਵਾਹ ਇਹ ਤੁਸੀਂ ਹਮੇਸ਼ਾ ਵਾਸਤੇ ਚਲਾਉਣਾ। ਔਰ ਉਹਨਾਂ ਨੇ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਵਿੱਦਿਆ ਦਾ ਜਿਹੜਾ ਸੀ ਉਹ ਜਿਹੜੀ ਟਕਸਾਲ ਦਮਦਮੀ ਟਕਸਾਲ ਚੱਲੀ। ਪਹਿਲੇ ਜਿਹੜੇ ਜਥੇਦਾਰ ਬਾਬਾ ਦੀਪ ਸਿੰਘ, ਦੂਜੇ ਜਿਹੜੇ ਜਥੇਦਾਰ ਸਨ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਿਛਲੇ ਪਾਸੇ, ਜਿਨ੍ਹਾਂ ਨੇ ਵੀ 30 ਸਿੰਘਾਂ ਨੇ ਵੀ ਜਿਹੜੀ ਸੀ ਉਹ ਬਹੁਤ ਵੱਡੀ ਕੁਰਬਾਨੀ ਕੀਤੀ। ਬਾਬਾ ਗੁਰਬਖਸ਼ ਸਿੰਘ ਜੀ ਦਾ ਵੀ ਸੀਸ ਲੱਥਣ ਤੋਂ ਬਾਅਦ ਉਹਨਾਂ ਨੇ ਆਪਣਾ ਸ਼ਹਾਦਤ ਦਾ ਜਾਮ ਪੀਤਾ। ਸੋ ਬਾਬਾ ਜੀ ਦਾ ਜਿੱਥੇ ਦਿਹਾੜਾ ਅੱਜ ਸਿੱਖ ਸੰਗਤਾਂ ਮਨਾ ਰਹੀਆਂ ਨੇ, ਉਹਨਾਂ ਦਾ ਇੱਕ ਵੱਖਰਾ ਇਤਿਹਾਸ, ਵੱਖਰਾ ਥਾਂ ਔਰ ਗੁਰੂ ਸਾਹਿਬਾਨਾਂ ਤੋਂ ਬਾਅਦ ਇੱਕੋ ਹੀ ਇੱਕ ਮਹਾਨ ਸ਼ਖਸ ਹੋਏ ਨੇ ਜਿਨ੍ਹਾਂ ਨੂੰ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਕਰਕੇ ਆਪਾਂ ਯਾਦ ਕਰਦੇ ਹਾਂ। ਸੋ ਸੰਸਾਰ ਦੇ ਵਿੱਚ ਐਸੀ ਕੋਈ ਮਿਸਾਲ ਨਹੀਂ ਮਿਲਦੀ ਜਿਹੜਾ ਸੀਸ ਲੱਥਣ ਤੋਂ ਬਾਅਦ ਵੀ ਲੜਿਆ ਹੋਵੇ। ਇੱਥੇ ਮੈਂ ਇੱਕ ਸਿੱਖ ਸੰਗਤਾਂ ਨੂੰ ਇੱਕ ਨਿਮਰਤਾ ਦੇ ਸਹਿਤ ਸਨਿਮਰ ਬੇਨਤੀ ਕਰਨੀ ਚਾਹੁੰਦੇ ਹਾਂ। ਅੱਜ ਕੱਲ੍ਹ ਦੇ ਬਹੁਤ ਸਾਰੇ ਜਿਹੜੇ ਵਿਦਵਾਨ ਨੇ ਉਹ ਅਖਬਾਰਾਂ ਦੇ ਵਿੱਚ ਲੇਖ ਲਿਖਦੇ ਨੇ, ਕਿਤਾਬਾਂ ਲਿਖਦੇ ਨੇ, ਪਰ ਉੱਥੇ ਉਹ ਕਹਿੰਦੇ ਨੇ ਵੀ ਬਾਬਾ ਦੀਪ ਸਿੰਘ ਦਾ ਜਿਹੜਾ ਸੀਸ ਲੱਥਿਆ ਸੀ ਧੜ ਨਾਲੋਂ ਉਹਦੇ 'ਚ ਸ਼ੰਕਾ ਜ਼ਾਹਰ ਕਰਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਗੁਰੂ ਸਾਹਿਬ ਜੀ ਦੀ ਇੱਕ ਬਹੁਤ ਵੱਡੀ ਸ਼ਕਤੀ ਆ, ਗੁਰੂ ਸਾਹਿਬ ਦੀ ਇੱਕ ਬਹੁਤ ਵੱਡੀ ਮਹਾਨ ਸਿੱਖੀ ਆ, ਇਹ ਝੂਠ ਦੀ ਨੀਂਹ ਦੇ ਉੱਤੇ ਇਹ ਚੱਲ ਨਹੀਂ ਸਕਦੀ। ਇਸ ਕਰਕੇ ਬਾਬਾ ਦੀਪ ਸਿੰਘ ਜੀ ਦੇ ਉੱਤੇ ਇਹ ਸ਼ੱਕ ਕਰਨਾ ਵੀ ਉਹਨਾਂ ਦਾ ਜਿਹੜਾ ਸੀਸ ਸੀਗਾ ਉਹ ਧੜ ਨਾਲੋਂ ਵੱਖਰਾ ਨਹੀਂ ਹੋਇਆ, ਉਹ ਹੋ ਗਿਆ ਸੀ ਉਹਨਾਂ ਨੇ ਖੱਬੇ ਹੱਥ ਦੇ ਨਾਲ ਸਪੋਰਟ ਦਿੱਤੀ, ਇਹ ਨਹੀਂ ਕਹਿਣਾ ਚਾਹੀਦਾ। ਗੁਰੂ ਸਾਹਿਬ ਸਮਰੱਥ ਨੇ,
ਗੁਰੂ ਦੇ ਸਿੱਖ ਵੀ ਵੱਡੇ ਸਮਰੱਥ ਨੇ, ਜਿਹੜੇ ਲੱਖਾਂ ਦੇ ਨਾਲ ਲੜ ਸਕਦੇ ਨੇ, ਉਹਨਾਂ ਦੀ ਇਹ ਬਹੁਤ ਛੋਟੀ ਗੱਲ ਹੈ। ਸੋ ਸਾਨੂੰ ਬਾਬਾ ਦੀਪ ਸਿੰਘ ਦੀ ਜਿਹੜੀ ਮਹਾਨ ਸ਼ਹੀਦੀ ਆ, ਉਹਨਾਂ ਨੂੰ ਜਿਹੜਾ ਅੱਜ ਦਾ ਜਨਮ ਦਿਹਾੜਾ, ਉਹਨਾਂ ਨੂੰ ਆਪਾਂ ਬਹੁਤ ਚਾਵਾਂ ਮਲਾਰਾਂ ਦੇ ਨਾਲ ਔਰ ਉਹਨਾਂ ਦੇ ਇਤਿਹਾਸ ਦੇ ਉੱਤੇ ਸਾਨੂੰ ਸ਼ੱਕ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਜਿਹੜਾ ਹੈਗਾ ਉਹ ਉਨੀ ਹੀ ਸਰਧਾ ਭਾਵਨਾ ਦੇ ਨਾਲ ਰੱਖਣੀ ਚਾਹੀਦੀ ਆ। ਇੰਨੀ ਵੱਡੀ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸ਼ਹੀਦੀ ਆ, ਆਪਾਂ ਉਹਨਾਂ ਤੋਂ ਅੱਜ ਦੇ ਦਿਨ ਦੇ ਉੱਤੇ ਇਹੀ ਵੱਡੀ ਸਿੱਖਿਆ ਵੀ ਆਪਾਂ ਗੁਰੂ ਵਾਲੇ ਬਣੀਏ, ਗੁਰਸਿੱਖੀ ਨੂੰ ਧਾਰਨ ਕਰੀਏ। ਅਤੇ ਜਿਹੜੀ ਸਭ ਤੋਂ ਵੱਡੀ ਸੰਸਾਰ ਦੇ ਵਿੱਚ ਘਾਟ ਆ, ਉਹ ਹੈਗਾ ਵੀ ਅਸੀਂ ਆਪਣੇ ਵਿਅਕਤੀਗਤ ਤੌਰ 'ਤੇ ਜੀਵਨ ਦੇ ਵਿੱਚ ਅਸੀਂ ਆਪਣੇ ਗੁਰਬਾਣੀ ਨੂੰ ਵਿਸਾਰਿਆ ਹੋਇਆ। ਗੁਰੂ ਵਾਲੇ ਬਣ ਕੇ ਫਿਰ ਜੇ ਆਪਾਂ ਨਿਤਨੇਮ ਨਹੀਂ ਕਰਦੇ, ਤੇ ਫਿਰ ਸਾਡੇ ਕੋਲੇ ਉਹ ਜਿਹੜੀਆਂ ਗੁਰਸਿੱਖੀ ਦੀਆਂ ਪਰੰਪਰਾਵਾਂ ਨੇ, ਗੁਰਸਿੱਖੀ ਦੀਆਂ ਜਿਹੜੀਆਂ ਮਰਿਆਦਾਵਾਂ ਨੇ, ਗੁਰਸਿੱਖੀ ਦੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਨੈਤਿਕਤਾ ਦਿੱਤੀ ਹੋਈ ਆ, ਉਹ ਜਿਹੜੀ ਸਾਨੂੰ ਪ੍ਰਾਪਤ ਹੋਣੀ ਆ, ਉਹ ਸੇਵਾ ਤੇ ਸਿਮਰਨ ਤੋਂ ਪ੍ਰਾਪਤ ਹੋਣੀ ਆ। ਸੋ ਬਾਬਾ ਜੀ ਨੂੰ ਜਿੱਥੇ ਆਪਾਂ ਯਾਦ ਕਰਦੇ ਹਾਂ, ਉੱਥੇ ਗੁਰੂ ਵਾਲੇ ਬਣੀਏ, ਤੇ ਅੰਮ੍ਰਿਤ ਵੇਲੇ ਉੱਠ ਕਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰੀਏ, ਸ਼ਾਮ ਦੀ ਨਿਤਨੇਮ ਦੀ ਬਾਣੀ ਕਰੀਏ, ਤਾਂ ਕਿ ਆਪਾਂ ਆਤਮਿਕ ਤੌਰ 'ਤੇ ਵੀ ਆਪਾਂ ਬਲਵਾਨ ਹੋਵਾਂਗੇ। ਜੇ ਆਪਾਂ ਬਲਵਾਨ ਹੋਵਾਂਗੇ ਤਾਂ ਹੀ ਜਿਹੜੀਆਂ ਸਿੱਖੀ ਦੀਆਂ ਜਿਹੜੀਆਂ ਪਰੰਪਰਾਵਾਂ ਨੂੰ, ਉਹਨਾਂ ਨੂੰ ਆਪਾਂ ਸੰਭਾਲ ਸਕਾਂਗੇ। ਬਾਬਾ ਜੀ ਦਾ ਅੱਜ ਦਾ ਦਿਹਾੜਾ, ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦਿਆਂ ਹੋਇਆ ਸਾਰੇ ਸੰਸਾਰ ਭਰ ਦੇ ਸਿੱਖਾਂ ਨੂੰ, ਸਾਰੀ ਲੋਕਾਈ ਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।